ਉਹ ਚੀਜ਼ ਹੈ ਕਿ ਕਿਸੇ ਹੋਰ ਦੇ ਮੈਚਿੰਗ ਬੰਦੇ ਬਲੱਡ ਗਰੁੱਪ ਦੇ ਸੈਲਸ ਜਾਂ HLA ਟਾਈਪਿੰਗ ਕਰਕੇ ਕਿਸੇ ਹੋਰ ਡੋਨਰ ਤੋਂ ਸੈਲਸ ਲੈ ਕੇ ਬਿਮਾਰੀ ਕੰਟਰੋਲ ਕਰਨ ਲਈ ਪੇਸ਼ੈਂਟ ਦੇ ਨੂੰ ਦਿੱਤੇ ਜਾਣ। ਪੇਸ਼ੈਂਟ ਦੀ ਕੰਡੀਸ਼ਨ ਜਾਂ ਬਿਮਾਰੀ ਦੇ ਹਿਸਾਬ ਨਾਲ ਉਹਨੂੰ ਰੈਗੂਲਰ ਇੰਟਰਵੈਲਸ ਤੇ ਫਾਲੋਅਪ ਤੇ ਰੱਖਿਆ ਜਾਂਦਾ ਹੈ, ਪਰ ਇੱਕ ਟਾਈਮ ਦੀ ਜਿਹੜੀ ਹਸਪੀਟਲ ਦੀ ਐਡਮਿਸ਼ਨ ਹੈ ਉਹ 2 ਜਾਂ 3 ਹਫ਼ਤੇ ਤੋਂ ਜ਼ਿਆਦਾ ਨਹੀਂ ਹੁੰਦੀ ਤੇ ਡਿਟੈਕਸ਼ਨ ਜ਼ਿਆਦਾ ਹੋ ਰਹੀ ਹੈ। ਪਹਿਲਾਂ ਈਜ਼ੀਲੀ ਟੈਸਟਿੰਗ ਅਵੇਲੇਬਲ ਨਹੀਂ ਸੀਗੀ, ਲੋਕਾਂ ਦੇ ਵਿੱਚ ਜਾਗਰੂਕਤਾ ਨਹੀਂ ਸੀਗੀ, ਇੱਕ ਤੇ ਡਿਟੈਕਸ਼ਨ ਰੇਟ ਵਧਿਆ ਹੈ। ਦੂਜਾ ਅੱਜ-ਕੱਲ੍ਹ ਜਿਹੜਾ ਇਨਵਾਇਰਨਮੈਂਟ ਦੇ ਵਿੱਚ ਆਪਾਂ ਰਹਿ ਰਹੇ ਹਾਂ ਉਹ ਇੱਕ ਪੋਲਿਊਟਡ ਇਨਵਾਇਰਨਮੈਂਟ ਹੈ, ਕੈਮੀਕਲਸ ਨੇ, ਪੈਸਟੀਸਾਈਡਸ ਨੇ, ਜਿਹੜਾ ਕੁਝ ਆਪਾਂ ਖਾ ਪੀ ਰਹੇ ਹਾਂ। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਅੱਜ ਬੋਨ ਮੈਰੋ ਟ੍ਰਾਂਸਪਲਾਂਟ ਦੀ ਗੱਲ ਕਰਾਂਗੇ। ਟਰਾਈ ਸਿਟੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਬੋਨ ਮੈਰੋ ਟ੍ਰਾਂਸਪਲਾਂਟ ਦਾ ਜਿਹੜਾ ਹੈਗਾ ਹੁਣ ਕੰਮਕਾਰ ਆ ਜਿਹੜਾ ਉਹ ਵੱਧ ਰਿਹਾ ਹੈਗਾ, ਕਿਸ ਤਰੀਕੇ ਨਾਲ ਸਕਸੈਸ ਜਿਹੜੀ ਹਸਪੀਟਲਸ ਨੂੰ ਮਿਲਣੀ ਸ਼ੁਰੂ ਹੋਈ ਹੈ, ਉਹਦੇ ਬਾਰੇ ਗੱਲਬਾਤ ਕਰਾਂਗੇ। ਪੰਚਕੂਲਾ ਦੇ ਇੱਕ ਹਸਪੀਟਲ ਹੈ ਪਾਰਸ ਹਸਪੀਟਲ, ਤੇ ਉਹਨਾਂ ਵੱਲੋਂ ਸਕਸੈਸਫੁਲ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਗਿਆ। ਪਹਿਲੀ ਵਾਰ ਹੋਇਆ ਕਿ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਹ ਚੀਜ਼ ਹੋਈ ਹੋਵੇ। ਸੋ ਇਸ ਬਾਰੇ ਪੂਰੀ ਡਿਟੇਲ 'ਚ ਜਾਣਕਾਰੀ ਲੈ ਲੈਂਦੇ ਹਾਂ। ਡਾਕਟਰ ਚਿਤਰੇਸ਼ ਅਗਰਵਾਲ ਨੇ, ਮੈਡੀਕਲ ਔਨਕੋਲੋਜੀ ਦੇ ਸੀਨੀਅਰ ਕੰਸਲਟੈਂਟ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਜਿਹੜਾ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਗਿਆ ਹਸਪੀਟਲ ਵੱਲੋਂ, ਪਹਿਲਾਂ ਤਾਂ ਉਹਦੇ ਬਾਰੇ ਦੱਸੋ ਵੀ ਪਹਿਲੀ ਵਾਰ ਹੋਇਆ ਤੇ ਇਹ ਹੁੰਦਾ ਕਿਸ ਤਰ੍ਹਾਂ ਦਾ, ਇਹਦੇ ਵਿੱਚ ਬੇਸਿਕਲੀ ਕੀ ਟਰੀਟਮੈਂਟ ਕੀਤਾ ਜਾਂਦਾ? ਬੋਨ ਮੈਰੋ ਟ੍ਰਾਂਸਪਲਾਂਟ ਜਿਹੜਾ ਹੈ ਉਹ ਖੂਨ ਦੀ ਬਿਮਾਰੀਆਂ ਲਈ ਕੀਤਾ ਜਾਂਦਾ ਹੈ, ਜਿਵੇਂ ਖੂਨ ਦੇ ਕੁਝ ਕੈਂਸਰਸ ਹੋਣ ਜਾਂ ਜਿਹੜੇ ਖੂਨ ਦੀ ਕੁਝ ਬਿਮਾਰੀਆਂ ਨੇ ਜਿਵੇਂ ਥੈਲੇਸੀਮੀਆ, ਪਲਾਸਟਿਕ ਅਨੀਮੀਆ, ਇਹਨਾਂ ਸਾਰੀ ਬਿਮਾਰੀਆਂ ਲਈ ਬੋਨ ਮੈਰੋ ਟ੍ਰਾਂਸਪਲਾਂਟ ਇੱਕ ਕਾਮਯਾਬ ਇਲਾਜ ਹੈ। ਬੋਨ ਮੈਰੋ ਟ੍ਰਾਂਸਪਲਾਂਟ 2 ਟਾਈਪ ਦਾ ਹੁੰਦਾ, ਜਿਹਨੂੰ ਅਸੀਂ ਸਾਡੀ ਲੈਂਗੁਏਜ ਵਿੱਚ ਆਟੋਲੋਗਸ ਜਾਂ ਐਲੋਜੈਨਿਕ ਕਹਿੰਦੇ ਹਾਂ। ਆਟੋਲੋਗਸ ਬੋਨ ਮੈਰੋ ਟ੍ਰਾਂਸਪਲਾਂਟ ਕੀ ਚੀਜ਼ ਹੈ ਕਿ ਬਾਡੀ ਦੇ ਵਿੱਚ ਜਿਹੜੇ ਬੰਦੇ ਦੇ ਸੈੱਲ ਨੇ ਉਹਨਾਂ ਨੂੰ ਕੱਢ ਕੇ ਦੁਬਾਰਾ ਸਫਾਈ ਕਰਕੇ ਬਿਮਾਰੀ ਨੂੰ ਕੰਟਰੋਲ ਕਰਕੇ ਦੁਬਾਰਾ ਸੇਮ ਸੈੱਲ ਪੇਸ਼ੈਂਟ ਦੇ ਵਿੱਚ ਰੀਇੰਟਰੋਡਿਊਸ ਕੀਤੇ ਜਾਣ। ਤੇ ਐਲੋਜੈਨਿਕ ਬੋਨ ਮੈਰੋ ਟ੍ਰਾਂਸਪਲਾਂਟ ਕੀ ਹੈ? ਉਹ ਚੀਜ਼ ਹੈ ਕਿ ਕਿਸੇ ਹੋਰ ਦੇ ਮੈਚਿੰਗ ਬੰਦੇ ਬਲੱਡ ਗਰੁੱਪ ਦੇ ਸੈਲਸ ਜਾਂ HLA ਟਾਈਪਿੰਗ ਕਰਕੇ ਕਿਸੇ ਹੋਰ ਡੋਨਰ ਤੋਂ ਸੈਲਸ ਲੈ ਕੇ ਬਿਮਾਰੀ ਕੰਟਰੋਲ ਕਰਨ ਲਈ ਪੇਸ਼ੈਂਟ ਦੇ ਨੂੰ ਦਿੱਤੇ ਜਾਣ। ਪੂਰਾ ਪ੍ਰੋਸੀਜਰ ਕਿਸ ਤਰ੍ਹਾਂ ਦਾ ਰਹਿੰਦਾ ਜੀ? ਕਿੰਨਾ ਕੁ ਲੰਬਾ ਹੁੰਦਾ ਜਿਹੜਾ ਇਹ? ਬੋਨ ਮੈਰੋ ਟ੍ਰਾਂਸਪਲਾਂਟ ਡਿਪੈਂਡ ਕਰਦਾ ਹੈ ਕਿ ਅਸੀਂ ਆਟੋਲੋਗਸ ਦੀ ਗੱਲ ਕਰ ਰਹੇ ਹਾਂ ਜਾਂ ਐਲੋਜੈਨਿਕ ਦੀ। ਜੇ ਅਸੀਂ ਆਟੋਲੋਗਸ ਬੋਨ ਮੈਰੋ ਟ੍ਰਾਂਸਪਲਾਂਟ ਦੀ ਗੱਲ ਕਰੀਏ ਤੇ ਪਹਿਲਾਂ ਇਹ ਦੇਖਣਾ ਹੈ ਕਿ ਕਿਸ ਬਿਮਾਰੀ ਲਈ ਆਟੋਲੋਗਸ ਹੋ ਰਿਹਾ ਹੈ। ਜਿਵੇਂ ਸਭ ਤੋਂ ਜ਼ਿਆਦਾ ਕਾਮਨਲੀ ਜਿਹੜੀ ਬਿਮਾਰੀਆਂ ਨੇ ਜਿਹਦੇ ਕਰਕੇ ਟ੍ਰਾਂਸਪਲਾਂਟ ਹੁੰਦਾ ਉਹ ਮਲਟੀਪਲ ਮਾਈਲੋਮਾ ਜਾਂ ਲਿੰਫੋਮਾ, ਜਿਹੜੇ ਕਿ ਖੂਨ ਦੇ ਕੈਂਸਰਸ ਨੇ। ਤੇ ਸਭ ਤੋਂ ਪਹਿਲਾ ਸਟੈਪ ਕੀ ਹੈ ਕਿ ਇਸ ਖੂਨ ਦੇ ਕੈਂਸਰ ਦੀ ਕੀਮੋਥੈਰੇਪੀ ਜਾਂ ਟਾਰਗੇਟਿਡ ਥੈਰੇਪੀ ਨਾਲ ਪਹਿਲਾਂ ਬਿਮਾਰੀ ਕੰਟਰੋਲ ਕੀਤੀ ਜਾਵੇ। ਉਸ ਤੋਂ ਬਾਅਦ ਜਦੋਂ ਬਿਮਾਰੀ ਕੰਟਰੋਲ 'ਚ ਆ ਗਈ ਫਿਰ ਉਸ ਤੋਂ ਬਾਅਦ ਸੈੱਲ ਕੱਢ ਕੇ ਉਹਨੂੰ ਹਾਈ ਡੋਜ਼ ਕੀਮੋਥੈਰੇਪੀ ਲਾ ਕੇ ਬੋਨ ਮੈਰੋ ਨੂੰ ਸਾਫ਼ ਕੀਤਾ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਉਹ ਸੈੱਲ ਕੱਢੇ ਹੋਏ ਆ ਉਹ ਦੁਬਾਰਾ ਇੰਟਰੋਡਿਊਸ ਕੀਤੇ ਜਾਣ। ਤੇ ਇਸ ਪੂਰੇ ਪ੍ਰੋਸੀਜਰ ਨੂੰ ਘੱਟੋ ਘੱਟ 2 ਤੋਂ 3 ਹਫ਼ਤੇ ਲੱਗਦੇ ਆ। 2 ਹਫ਼ਤੇ ਜਾਂ 3 ਹਫ਼ਤੇ ਦੇ ਵਿਚਕਾਰ ਪੇਸ਼ੈਂਟ ਪੂਰੀ ਤਰੀਕੇ ਨਾਲ ਬੋਨ ਮੈਰੋ ਟ੍ਰਾਂਸਪਲਾਂਟ ਸਕਸੈਸਫੁਲ ਹੋ ਕੇ ਡਿਸਚਾਰਜ ਕੀਤਾ ਜਾ ਸਕਦਾ। ਉਸ ਤੋਂ ਬਾਅਦ ਪੇਸ਼ੈਂਟ ਦੀ ਕੰਡੀਸ਼ਨ ਜਾਂ ਬਿਮਾਰੀ ਦੇ ਹਿਸਾਬ ਨਾਲ ਉਹਨੂੰ ਰੈਗੂਲਰ ਇੰਟਰਵੈਲਸ ਤੇ ਫਾਲੋਅਪ ਤੇ ਰੱਖਿਆ ਜਾਂਦਾ ਹੈ, ਪਰ ਇੱਕ ਟਾਈਮ ਦੀ ਜਿਹੜੀ ਹਸਪੀਟਲ ਦੀ ਐਡਮਿਸ਼ਨ ਹੈ ਉਹ 2 ਜਾਂ 3 ਹਫ਼ਤੇ ਤੋਂ ਜ਼ਿਆਦਾ ਨਹੀਂ ਹੁੰਦੀ। ਅੱਛਾ, ਇੱਕ ਕਾਸਟ ਦੀ ਗੱਲ ਕਰੀਏ ਜੀ, ਕਾਸਟ ਕਿੰਨੀ ਕੁ ਰਹਿੰਦੀ ਇਹਦੀ? ਕਾਸਟ ਆਟੋਲੋਗਸ ਟ੍ਰਾਂਸਪਲਾਂਟ ਦੀ 8 ਤੋਂ 10 ਲੱਖ ਰੁਪਈਆ ਆਉਂਦੀ ਹੈ ਤੇ ਐਲੋਜੈਨਿਕ ਦੀ 15 ਤੋਂ 20 ਲੱਖ ਰੁਪਈਆ ਆ ਸਕਦੀ ਹੈ। ਪਰ ਇਹ ਕਾਸਟ ਜਿਹੜੀ ਹੈ ਇਹ ਇਸ ਧਿਆਨ ਨਾਲ ਦੇਖਣਾ ਹੈ ਕਿ ਜੇ ਇਹ ਬੋਨ ਮੈਰੋ ਟ੍ਰਾਂਸਪਲਾਂਟ ਦੀ ਸਿਰਫ ਕਾਸਟ ਦੇ ਹਿਸਾਬ ਨਾਲ ਇਹਨੂੰ ਜੱਜ ਨਹੀਂ ਕੀਤਾ ਜਾ ਸਕਦਾ। ਭਾਵੇਂ ਮਹਿੰਗਾ ਹੈ ਪਰ ਇਹ ਵੀ ਦੇਖਣਾ ਕਿ ਜੇ ਕਿਸੇ ਪੇਸ਼ੈਂਟ ਦਾ ਬੋਨ ਮੈਰੋ ਟ੍ਰਾਂਸਪਲਾਂਟ ਨਹੀਂ ਹੋਇਆ ਤੇ ਉਹਦੀ ਬਿਮਾਰੀ ਦੇ ਉੱਤੇ ਜਿਹੜਾ ਖਰਚਾ ਆ ਰਿਹਾ, ਉਹਦੀ ਦਵਾਈਆਂ ਤੇ, ਉਹਦੀ ਬਲੱਡ ਰਿਕੁਆਇਰਮੈਂਟ ਤੇ, ਉਹਦੀ ਇਨਫੈਕਸ਼ਨ ਦੇ, ਉਹ ਵੀ ਇੰਨਾ ਕੀ ਆ ਰਿਹਾ। ਇਸ ਲਈ ਸਵਾਲ ਇਹ ਹੈ ਕਿ ਭਾਵੇਂ ਇਹ ਸੁਣਨ ਨੂੰ ਜਾਂ ਖਰਚਾ ਕਰਨ ਨੂੰ ਮਹਿੰਗਾ ਲੱਗਦਾ ਹੈ ਇਲਾਜ, ਪਰ ਇਹਦੇ ਨਾਲ ਬਿਮਾਰੀ ਜੜੋਂ ਖਤਮ ਹੋ ਰਹੀ ਹੈ ਤੇ ਨਾਲੇ ਪੇਸ਼ੈਂਟ ਦਾ ਖਰਚਾ ਉਸ ਵੱਲ ਹੋ ਰਿਹਾ ਜਿੱਥੋਂ ਬਿਮਾਰੀ ਨੂੰ ਪੂਰੀ ਤਰੀਕੇ ਨਾਲ ਅਸੀਂ ਕਿਉਰ ਕਰ ਪਾ ਰਹੇ ਹਾਂ। ਤੁਸੀਂ ਗੱਲ ਕੀਤੀ ਵੀ ਖੂਨ ਦੇ ਕੈਂਸਰ ਦਾ ਇਲਾਜ ਹੈਗਾ। ਇਸ ਤੋਂ ਪਹਿਲਾਂ ਕਿੰਨੇ ਤਰ੍ਹਾਂ ਦੇ ਇਲਾਜ ਸੀਗੇ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਕਾਮਨ ਤੌਰ ਤੇ ਚੱਲ ਰਹੇ ਸੀਗੇ, ਤੇ ਇਹ ਕਦੋਂ ਸ਼ੁਰੂ ਹੋਇਆ? ਤੇ ਹੁਣ ਇਸ ਅੱਜ ਇੰਡੀਆ 'ਚ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਹਸਪੀਟਲਸ ਦੇ ਵਿੱਚ ਹੁੰਦਾ ਹੋਊਗਾ, ਪ੍ਰਾਈਵੇਟ ਹਸਪੀਟਲ ਦੇ ਵਿੱਚ ਟ੍ਰੀਟਮੈਂਟ? ਜਿਹੜੇ ਕਿ ਇੰਡੀਆ ਦੇ ਮੇਨ ਪ੍ਰਾਈਵੇਟ ਜਾਂ ਗਵਰਨਮੈਂਟ ਹਸਪੀਟਲਸ ਨੇ, ਭਾਵੇਂ ਏਮਜ਼ ਹੈ, PGI ਹੈ, CMC ਵਿਲੋਰ ਹੈ, ਟਾਟਾ ਮੈਮੋਰੀਅਲ ਹੈ, ਇੱਥੇ ਇਹ ਸਾਰੀ ਜਿਹੜੀ ਟ੍ਰਾਂਸਪਲਾਂਟ ਪ੍ਰੋਗਰਾਮਸ ਨੇ ਕਾਫੀ ਸਾਲਾਂ ਤੋਂ ਚੱਲ ਰਹੇ ਹੈ। ਆਪਣੀ ਟਰਾਈ ਸਿਟੀ ਦੇ ਵਿੱਚ ਇਹ PGI ਦੇ ਵਿੱਚ ਹੋ ਰਿਹਾ ਸੀਗਾ, ਪਰ ਪ੍ਰਾਈਵੇਟ ਕਿਸੇ ਵੀ ਹਸਪੀਟਲ ਚੀਜ਼ ਅਵੇਲੇਬਲ ਨਹੀਂ ਸੀਗੀ। ਹੁਣ ਪਾਰਸ ਹਸਪੀਟਲ ਇਹ ਪਹਿਲਾ ਪ੍ਰਾਈਵੇਟ ਇਸ ਰੀਜਨ ਦਾ ਹਸਪੀਟਲ ਬਣਿਆ ਜਿੱਥੇ ਬੋਨ ਮੈਰੋ ਟ੍ਰਾਂਸਪਲਾਂਟ ਸ਼ੁਰੂ ਹੋਇਆ ਤੇ ਅਸੀਂ 2 ਪੇਸ਼ੈਂਟਸ ਆਲਰੇਡੀ ਕਰਕੇ ਡਿਸਚਾਰਜ ਕਰ ਚੁੱਕੇ ਹਾਂ। ਤੇ ਇਹ ਇਸ ਲਈ ਡਿਵੈਲਪ ਕਰਨਾ ਪ੍ਰੋਗਰਾਮ ਮੁਸ਼ਕਿਲ ਹੈ ਕਿਉਂਕਿ ਇਹਦੇ ਲਈ ਸਪੈਸ਼ਲਿਸਟ ਡਾਕਟਰ ਚਾਹੀਦੇ ਹੈ, ਪੂਰਾ ਸਪੋਰਟ ਡਿਪਾਰਟਮੈਂਟ ਚਾਹੀਦਾ ਹੈ, ਟ੍ਰਾਂਸਫਿਊਜ਼ਨ ਮੈਡੀਸਿਨ, ਔਨਕੋਲੋਜੀ ਡਿਪਾਰਟਮੈਂਟ, ਹੀਮੈਟੋਲੋਜੀ ਡਿਪਾਰਟਮੈਂਟ, ਸਾਰਿਆਂ ਦਾ ਆਪਣਾ ਆਪਣਾ ਰੋਲ ਹੈ। ਤੇ ਜਦੋਂ ਤੱਕ ਇਹ ਇੰਨਾ ਵੱਡਾ ਡਿਪਾਰਟਮੈਂਟ ਤੇ ਇੰਨੇ ਸਪੈਸ਼ਲਿਸਟ ਡਾਕਟਰ ਇਕੱਠੇ ਮਿਲ ਕੇ ਕੰਮ ਨਾ ਕਰਨ, ਉਸ ਵੇਲੇ ਤੱਕ ਪ੍ਰਾਈਵੇਟ ਦੇ ਵਿੱਚ ਬੋਨ ਮੈਰੋ ਟ੍ਰਾਂਸਪਲਾਂਟ ਕਰਨਾ ਬੜਾ ਮੁਸ਼ਕਿਲ ਹੈ।
ਇਹ ਵੀ ਦੱਸੋ ਵੀ ਆਪਣੇ ਕਿੰਨਾ ਕੁ ਜਿਹੜਾ ਹੈਗਾ ਸਕਸੈਸ ਰੇਟ ਹੈ ਇਹਦਾ ਇੰਡੀਆ ਦੇ ਵਿੱਚ? ਬੋਨ ਮੈਰੋ ਟ੍ਰਾਂਸਪਲਾਂਟ ਜੋ ਆਟੋਲੋਗਸ ਬੋਨ ਮੈਰੋ ਟ੍ਰਾਂਸਪਲਾਂਟ ਦਾ ਸਕਸੈਸ ਰੇਟ 70 ਤੋਂ 80% ਹੈ। ਐਲੋਜੈਨਿਕ ਸਟੈਮ ਸੈਲ ਟ੍ਰਾਂਸਪਲਾਂਟ ਦਾ ਜਿਹੜਾ ਰੇਟ ਹੈ 50 ਤੋਂ 60% ਹੈ। ਤੇ ਇੰਡੀਆ ਦੇ ਵਿੱਚ ਜਾਂ ਇੰਟਰਨੈਸ਼ਨਲ ਸਟੈਂਡਰਡ ਦੇ ਵਿੱਚ ਇਹਦੇ ਵਿੱਚ ਕੋਈ ਫਰਕ ਨਹੀਂ। ਜਿਹੜੀ ਟੈਕਨੋਲੋਜੀ ਹੈ, ਜਿਹੜੀ ਟੈਕਨੀਕਸ ਇੰਟਰਨੈਸ਼ਨਲੀ ਅਵੇਲੇਬਲ ਨੇ, ਉਹੀ ਸਾਰਾ ਚੀਜ਼ ਇੰਡੀਆ 'ਚ ਅਵੇਲੇਬਲ ਹੈ। ਤੇ ਇਸ ਲਈ ਇੰਡੀਆ ਦੇ ਲੈਵਲਸ ਦੇ ਵਿੱਚ ਜਾਂ ਇੰਟਰਨੈਸ਼ਨਲ ਲੈਵਲ ਦੇ ਵਿੱਚ ਕੋਈ ਫਰਕ ਨਹੀਂ ਇਸ ਚੀਜ਼ ਦੀ ਸਕਸੈਸ ਦੇ ਉੱਤੇ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਇਹਨੂੰ ਵਧਾਓਗੇ? ਜਿਵੇਂ ਤੁਸੀਂ ਦੱਸਿਆ ਕਿ ਫਿਲਹਾਲ 2 ਪੇਸ਼ੈਂਟਸ ਨੂੰ ਸਕਸੈਸਫੁਲੀ ਤੁਸੀਂ ਕੀਤਾ ਟਰੀਟ ਇਹਦੇ ਨਾਲ, ਤੇ ਹੋਰ ਕੀ ਕੀ ਇਨਵੈਂਸ਼ਨਸ ਇਹਦੇ ਵਿੱਚ ਹੋ ਸਕਦੀਆਂ ਨੇ? ਇਹਦੇ ਵਿੱਚ ਇਹੀ ਹੈ ਕਿ ਇੱਕ ਤਾਂ ਲੋਕਾਂ ਨੂੰ ਜਾਗਰੂਕਤਾ ਕਰਨੀ ਹੈ ਕਿ ਬੋਨ ਮੈਰੋ ਟ੍ਰਾਂਸਪਲਾਂਟ ਹੈ, ਇਹ ਬਲੱਡ ਕੈਂਸਰ ਦਾ ਜੜੋਂ ਖਤਮ ਹੋਣ ਵਾਲਾ ਟ੍ਰੀਟਮੈਂਟ ਹੈ। ਇਸ ਲਈ ਜਿਹੜੇ ਵੀ ਔਨਕੋਲੋਜਿਸਟ ਨੇ ਜਾਂ ਜਿਹੜਾ ਵੀ ਕੈਂਸਰ ਦੇ ਡਾਕਟਰਸ ਨੇ, ਉਹਨਾਂ ਨੂੰ ਇਹ ਮੈਸੇਜ ਦੇਣਾ ਹੈ ਕਿ ਪਾਰਸ ਹਸਪੀਟਲ ਵਿੱਚ ਇਹ ਅਵੇਲੇਬਲ ਹੈ ਸੁਵਿਧਾ। ਦੂਜੀ, ਅਸੀਂ ਆਟੋਲੋਗਸ ਟ੍ਰਾਂਸਪਲਾਂਟ ਕਰ ਚੁੱਕੇ ਹਾਂ, ਹੁਣ ਅਸੀਂ ਇੱਕ ਪੇਸ਼ੈਂਟ ਸ਼ੁਰੂ ਕਰਨ ਲੱਗੇ ਐਲੋਜੈਨਿਕ ਸਟੈਮ ਸੈਲ ਟ੍ਰਾਂਸਪਲਾਂਟ ਲਈ। ਤੇ ਜੇ ਅਸੀਂ ਇੱਕ ਐਲੋਜੈਨਿਕ ਸਟੈਮ ਸੈਲ ਟ੍ਰਾਂਸਪਲਾਂਟ ਵੀ ਸਾਡਾ ਸਕਸੈਸਫੁਲ ਹੋ ਗਿਆ, ਫਿਰ ਅਸੀਂ ਦੋਨੋਂ ਟਾਈਪ ਦੇ ਟ੍ਰਾਂਸਪਲਾਂਟਸ ਲਈ ਪ੍ਰਾਈਵੇਟ ਸੈਕਟਰ ਦੇ ਵਿੱਚ ਪਹਿਲਾ ਹਸਪੀਟਲ ਬਣਾਂਗੇ। ਸਭ ਚਲੋ ਇਹ ਤੁਸੀਂ ਸਾਰਾ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਹੁੰਦਾ ਕੀਤਾ ਜਾਂਦਾ ਟਰਾਂਸਪਲਾਂਟ, ਪਰ ਤੁਸੀਂ ਇੱਕ ਡਾਕਟਰ ਹੋਣ ਦੇ ਨਾਤੇ ਸਟੱਡੀ ਕਰਦੇ ਰਹੇ ਹੋਗੇ ਟਾਈਮ ਟੂ ਟਾਈਮ। ਜਿਹੜਾ ਇਹ ਬਿਮਾਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਵਧਣ ਦੇ ਜਾਂ ਅੱਜ ਦੀ ਜੋ ਪ੍ਰੈਜ਼ੈਂਟ ਇਹਦੀ ਸਟੇਟ ਹੈਗੀ ਹੈ, ਸੋ ਤਾਂ ਕਾਰਨ ਉਹਦਾ ਕੀ ਮੰਨਦੇ ਹੋ? ਜਿਸ ਹਿਸਾਬ ਨਾਲ ਕੇਸਿਸ ਵੱਧ ਰਹੇ ਨੇ, ਤੇ ਉਹਦਾ ਮੁੱਖ ਕਾਰਨ ਕੀ ਹੈ? ਕੈਂਸਰ ਜਿਹੜਾ ਹੁਣ ਵੱਧ ਰਿਹਾ, ਇਹਦੇ 2-3 ਮੁੱਖ ਕਾਰਨ ਨੇ। ਇੱਕ ਤੇ ਡਿਟੈਕਸ਼ਨ ਜ਼ਿਆਦਾ ਹੋ ਰਹੀ ਹੈ। ਪਹਿਲਾਂ ਈਜ਼ੀਲੀ ਟੈਸਟਿੰਗ ਅਵੇਲੇਬਲ ਨਹੀਂ ਸੀਗੀ, ਲੋਕਾਂ ਦੇ ਵਿੱਚ ਜਾਗਰੂਕਤਾ ਨਹੀਂ ਸੀਗੀ। ਇੱਕ ਤੇ ਡਿਟੈਕਸ਼ਨ ਰੇਟ ਵਧਿਆ ਹੈ। ਦੂਜਾ, ਅੱਜ ਕੱਲ੍ਹ ਜਿਹੜਾ ਇਨਵਾਇਰਨਮੈਂਟ ਦੇ ਵਿੱਚ ਆਪਾਂ ਰਹਿ ਰਹੇ ਹਾਂ, ਉਹ ਇੱਕ ਪੋਲਿਊਟਡ ਇਨਵਾਇਰਨਮੈਂਟ ਹੈ। ਕੈਮੀਕਲਸ ਨੇ, ਪੈਸਟੀਸਾਈਡਸ ਨੇ, ਜਿਹੜਾ ਕੁਝ ਆਪਾਂ ਖਾ ਪੀ ਰਹੇ ਹਾਂ, ਉਹ ਇੱਕ ਬਹੁਤ ਵੱਡਾ ਫੈਕਟਰ ਹੈ ਕਿ ਕਿਤੇ ਨਾ ਕਿਤੇ ਸਾਡਾ ਜਿਹੜਾ ਰਿਸਕ ਹੈ ਕੈਂਸਰ ਦਾ, ਉਹ ਵੱਧ ਰਿਹਾ ਹੈ। ਨਾਲੇ ਕ੍ਰੋਨਿਕ ਇਨਫੈਕਸ਼ਨਸ, ਜਿਵੇਂ ਕਿ ਵਾਇਰਲ ਇਨਫੈਕਸ਼ਨਸ ਨੇ, ਬੈਕਟੀਰੀਅਲ ਇਨਫੈਕਸ਼ਨਸ ਨੇ, ਜੇ ਉਹ ਕ੍ਰੋਨਿਕਲੀ ਬੰਦਿਆਂ ਨੂੰ ਹੋ ਰਹੀ ਹੈ, ਇਹਦੇ ਕਰਕੇ ਜਿਹੜਾ ਕੈਂਸਰ ਦਾ ਡਿਟੈਕਸ਼ਨ ਰੇਟ ਹੈ ਤੇ ਇਨਸੀਡੈਂਸ ਹੈ, ਉਹ ਵੱਧ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ। ਸੋ ਗੱਲ ਕਰ ਰਹੇ ਸੀਗੇ ਡਾਕਟਰ ਜਤਰੇਸ਼ ਅਗਰਵਾਲ ਜੀ ਦੇ ਨਾਲ, ਜਿਨ੍ਹਾਂ ਨੇ ਦੱਸਿਆ ਵੀ ਬੋਨ ਮੈਰੋ ਟਰਾਂਸਪਲਾਂਟ ਹੈ ਕਿ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ। ਤੇ ਪ੍ਰਾਈਵੇਟ ਹਸਪੀਟਲਸ ਦੀ ਗੱਲ ਕੀਤੀ ਜਾਵੇ ਤਾਂ ਟਰਾਈ ਸਿਟੀ ਦੇ ਵਿੱਚ ਪਾਰਸ ਹਸਪੀਟਲ ਜੋ ਪੰਚਕੂਲਾ 'ਚ ਹੈ, ਉਹਨਾਂ ਨੂੰ ਇਹ ਜਿਹੜੀ ਹੈ ਪ੍ਰਾਪਤੀ ਮਿਲੀ ਹੈਗੀ ਹੈ ਵੀ ਪਹਿਲੀ ਵਾਰ ਉਹਨਾਂ ਨੇ ਬੋਨ ਮੈਰੋ ਟਰਾਂਸਪਲਾਂਟ ਕੀਤਾ। ਤੇ ਅੱਗੇ ਹੋਰ ਵੀ ਇਸ ਖੇਤਰ ਦੇ ਵਿੱਚ ਜਿਹੜੇ ਇਨਵੈਂਸ਼ਨਸ ਆ ਉਹ ਹੁੰਦੇ ਰਹਿਣਗੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।